ਏਕਮ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਰਿਸ਼ੀ ਸਿੰਘ ਰਾਹੀ। ਝਾਤ ਮਾਰਦੇ ਹਾਂ ਹੈਡਲਾਈਨਸ ਤੇ। ਦੁਨੀਆ ਦੇ ਕੀ ਦੇਸ਼ਾਂ ਅੰਦਰ ਮੁੜ ਖੋਲੇ ਗਏ ਸਕੂਲ। ਭਾਰਤ ਅੰਦਰ ਕਰੋਨਾ ਮਰੀਜ਼ਾਂ ਦਾ ਅੰਕੜਾ 37 ਲੱਖ ਤੋਂ ਹੋਇਆ ਪਾਰ। ਭਾਰਤ 'ਚ ਪਬਜੀ ਗੇਮ ਸਮੇਤ 118 ਚੀਨੀ ਐਪ ਹੋਏ ਬੰਦ। ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਤੇ ਕੀਤੇ ਸ਼ਬਦੀ ਵਾਰ। ਗਾਇਬ ਹੋਏ 328 ਸਰੂਪਾਂ ਨੂੰ ਲੈ ਕੇ ਜਾਗੋ ਪਾਰਟੀ ਨੇ ਦਿੱਲੀ 'ਚ ਕੀਤਾ ਪ੍ਰਦਰਸ਼ਨ। ਹੁਣ ਝਾਤ ਮਾਰਦੇ ਹਾਂ ਪਹਿਲੀ ਖਬਰ ਤੇ। ਰੂਸ, ਬਰਤਾਨੀਆ, ਯੂਕਰੇਨ, ਫਰਾਂਸ ਅਤੇ ਯਾਰਡਨ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਮੰਗਲਵਾਰ ਤੋਂ ਸਕੂਲ ਮੁੜ ਖੋਲ੍ਹੇ ਗਏ ਨੇ। ਕਰੋਨਾ ਦੇ ਕਾਰਨ ਜ਼ਿਆਦਾਤਰ ਦੇਸ਼ਾਂ 'ਚ ਇਹ ਸਕੂਲ ਮਾਰਚ ਤੋਂ ਬੰਦ ਸੀ। ਬਰਤਾਨੀਆ ਦੇ ਸਿੱਖਿਆ ਮੰਤਰੀ ਗੈਵਿਨ ਦਾ ਕਹਿਣਾ ਹੈ ਕਿ ਦੇਸ਼ ਭਰ 'ਚ ਸਕੂਲ ਖੁੱਲ੍ਹ ਗਏ ਨੇ। ਅਸੀਂ ਕਰੋਨਾ ਦੀਆਂ ਚੁਣੌਤੀਆਂ ਨੂੰ ਘੱਟ ਨਹੀਂ ਲੈ ਰਹੇ, ਲੇਕਿਨ ਇਸ ਗੱਲ ਨੂੰ ਵੀ ਸਮਝਿਆ ਜਾਣਾ ਚਾਹੀਦਾ ਕਿ ਬੱਚਿਆਂ ਦਾ ਸਕੂਲ ਜਾਣਾ ਕਿੰਨਾ ਜ਼ਰੂਰੀ ਹੈ। ਉਹਨਾਂ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਸਰਕਾਰ ਵਿਦਿਆਰਥੀਆਂ ਨੂੰ ਸਕੂਲ ਜਾਣ ਦੇ ਲਈ ਸਾਈਕਲ ਜਾਂ ਸਕੂਟਰ ਦੇ ਇਸਤੇਮਾਲ ਤੇ ਜ਼ੋਰ ਦੇ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਟਰਾਂਸਪੋਰਟ ਵਿਭਾਗ ਨੂੰ ਵਧੇਰੇ 393 ਕਰੋੜ ਰੁਪਏ ਦੀ ਵਿੱਤੀ ਮਦਦ ਵੀ ਦਿੱਤੀ ਗਈ ਹੈ। ਇਹ ਰਕਮ ਸਕੂਲੀ ਵਿਦਿਆਰਥੀਆਂ ਦੀ ਟਰਾਂਸਪੋਰਟ ਸਹੂਲਤ ਤੇ ਖਰਚ ਕੀਤੀ ਜਾਵੇਗੀ। ਸਕੂਲ 'ਚ ਕੰਟਰੋਲ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਦੇ ਤਹਿਤ ਮਾਸਕ ਦਾ ਇਸਤੇਮਾਲ ਅਤੇ ਸੋਸ਼ਲ ਡਿਸਟੈਂਸਿੰਗ ਜਿਹੀ ਚੌਕਸੀ ਦੀ ਪਾਲਣਾ ਕੀਤੀ ਜਾਵੇਗੀ। ਬਰਤਾਨੀਆ 'ਚ ਕਰੋਨਾ ਦੇ ਹੁਣ ਤੱਕ 3,35,873 ਮਰੀਜ਼ ਮਿਲੇ ਨੇ, ਜਦਕਿ ਇਸ ਨਾਲ 41,000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਕਹਿਣਾ ਹੈ ਕਿ ਸਕੂਲਾਂ 'ਚ ਵਾਇਰਸ ਕਾਰਨ ਨਿਯਮਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ। ਮਾਸਕੋ ਦੇ ਸਕੂਲਾਂ 'ਚ ਅਧਿਆਪਕਾਂ ਦੇ ਲਈ ਮਾਸਕ ਜ਼ਰੂਰੀ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਮਿੱਥੀ ਦੂਰੀ ਬਣਾਈ ਰੱਖਣ ਦਾ ਆਦੇਸ਼ ਦਿੱਤਾ ਹੈ। ਰੂਸ 'ਚ ਕਰੋਨਾ ਦੇ ਹੁਣ ਤੱਕ 10,48,000 ਮਰੀਜ਼ ਮਿਲੇ ਨੇ, ਜਦਕਿ 17,000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਫਰਾਂਸ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਭਰ 'ਚ ਸਕੂਲ ਮੁੜ ਖੋਲ੍ਹੇ ਜਾ ਰਹੇ ਨੇ। ਜਿਹੜੇ ਸਕੂਲਾਂ 'ਚ ਸਥਿਤੀ ਤਰੀ ਦੂਰੀ ਹੈ, ਉੱਥੇ ਬਾਅਦ ਵਿੱਚ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ। ਭਾਰਤ 'ਚ ਕਰੋਨਾ ਵਾਇਰਸ ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ 78,000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਘੱਟ ਰਹਿਣ ਨਾਲ ਸਰਗਰਮ ਮਾਮਲੇ 15,000 ਤੋਂ ਜ਼ਿਆਦਾ ਵੱਧ ਗਏ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕਰੋਨਾ ਦੇ 62,026 ਮਰੀਜ਼ ਸਿਹਤਯਾਬ ਹੋਏ ਨੇ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 29,01,909 ਹੋ ਗਈ ਹੈ। ਇਸ ਦੌਰਾਨ ਕਰੋਨਾ ਇਨਫੈਕਸ਼ਨ ਦੇ 78,357 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 37,69,524 ਹੋ ਗਿਆ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 15,286 ਵੱਧ ਕੇ 8,01,282 ਹੋ ਗਏ ਨੇ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 1,045 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 66,333 ਹੋ ਗਈ ਹੈ। ਭਾਰਤ 'ਚ ਸਰਗਰਮ ਮਾਮਲੇ 21.26% ਅਤੇ ਠੀਕ ਹੋਣ ਵਾਲਿਆਂ ਦੀ ਦਰ 76.98% ਹੈ, ਜਦਕਿ ਮ੍ਰਿਤਕਾਂ ਦੀ ਦਰ 1.76% ਹੈ। ਕਰੋਨਾ ਕਾਰਨ ਸਭ ਤੋਂ ਵੱਧ ਮਾਮਲਿਆਂ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ। ਉੱਥੇ ਮਰੀਜ਼ਾਂ ਦੀ ਗਿਣਤੀ 1,98,886 ਹੋ ਗਈ ਹੈ ਅਤੇ 320 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 24,903 ਹੋ ਗਿਆ। ਇਸ ਦੌਰਾਨ 10,978 ਲੋਕ ਠੀਕ ਹੋਏ ਨੇ, ਜਿਸ ਨਾਲ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 5,84,537 ਹੋ ਗਈ ਹੈ। ਭਾਰਤ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ 'ਚ ਨੇ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ ਅਤੇ ਧਮਕੀਆਂ ਦੇ ਉੱਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਪਲਬਧ ਜਾਣਕਾਰੀ ਦੇ ਮੱਦੇਨਜ਼ਰ ਉਹ ਅਜਿਹੀ ਗਤੀਵਿਧੀਆਂ 'ਚ ਲੱਗੇ ਹੋਏ ਨੇ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਦੇਸ਼ੀ ਸੁਰੱਖਿਆ ਅਤੇ ਲੋਕ ਵਿਵਸਥਾ ਲਈ ਖਤਰੇ ਨੇ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੱਖ-ਵੱਖ ਸਰੋਤਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ 'ਚ ਐਂਡਰਾਇਡ ਅਤੇ iOS ਪਲੇਟਫਾਰਮ 'ਤੇ ਉਪਲਬਧ ਕੁਝ ਮੋਬਾਈਲ ਐਪਸ ਦੀ ਵਰਤੋਂ ਕਰਨ ਬਾਰੇ ਵੀ ਕਈ ਰਿਪੋਰਟਾਂ ਨੇ। ਉਹ ਚੋਰੀ ਅਤੇ ਗੁਪਤ ਤਰੀਕੇ ਨਾਲ ਉਪਭੋਗਤਾਵਾਂ ਦੇ ਡਾਟਾ ਨੂੰ ਅਣਅਧਿਕਾਰਤ ਢੰਗ ਨਾਲ ਸਰਵਰਾਂ 'ਤੇ ਪਹੁੰਚਾਉਂਦੀਆਂ ਨੇ, ਜੋ ਭਾਰਤ ਤੋਂ ਬਾਹਰਲੇ ਨੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ 'ਚ ਘੁਟਾਲਾ ਕਰਨ ਦੇ ਲੱਗੇ ਦੋਸ਼ਾਂ ਤਹਿਤ ਜਿੱਥੇ ਵਿਰੋਧੀ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਹੁਣ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ 'ਚ CBI ਜਾਂਚ ਦੀ ਮੰਗ ਕੀਤੀ ਹੈ। ਬਾਦਲ ਦਾ ਕਹਿਣਾ ਹੈ ਕਿ ਪਹਿਲਾਂ ਰੇਲ ਹਾਦਸਾ ਮਾਮਲੇ 'ਚ ਵੀ ਕਾਂਗਰਸ ਵੱਲੋਂ ਆਪਣੇ ਪੱਧਰ ਤੇ ਸਿੱਟ ਬਣਾ ਕੇ ਜਾਂਚ 'ਚ ਜ਼ਿੰਮੇਵਾਰ ਵਿਅਕਤੀਆਂ ਨੂੰ ਕੱਢ ਦਿੱਤਾ ਗਿਆ ਸੀ। ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਾਮਲੇ 'ਚ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਬਜਾਏ ਉਸੇ ਤਰ੍ਹਾਂ ਸਿੱਟ ਬਣਾ ਦਿੱਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਐਸਸੀ ਬੱਚਿਆਂ ਦੇ ਸਕਾਲਰਸ਼ਿਪ ਮਾਮਲੇ 'ਚ ਕਰੋੜਾਂ ਦਾ ਘੁਟਾਲਾ ਸਾਹਮਣੇ ਆ ਰਿਹਾ ਹੈ, ਪਰ CBI ਜਾਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਬਜਾਏ ਫਿਰ ਤੋਂ ਆਪਣੇ ਪੱਧਰ ਤੇ ਕਮੇਟੀ ਬਣਾ ਕੇ ਹੀ ਜਾਂਚ ਸਰਕਾਰ ਨੂੰ ਆਪਣੇ ਹਿਸਾਬ ਨਾਲ ਕਰਵਾ ਕੇ ਮੰਤਰੀ ਦਾ ਬਚਾਅ ਕਰਨਾ ਚਾਹੁੰਦੀ ਹੈ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਸੁੱਖ ਦੀ ਨੀਂਦ ਨੇ ਪੰਜਾਬ ਦੇ ਲੱਖਾਂ ਐਸੀ ਬੱਚਿਆਂ ਨੂੰ ਭਿੱਖ ਰੋਲ ਦਿੱਤਾ ਹੈ। ਕੇਂਦਰ ਤੋਂ ਉਹਨਾਂ ਬੱਚਿਆਂ ਦੀ ਪੜ੍ਹਾਈ ਲਈ ਆਇਆ ਕਰੋੜਾਂ ਰੁਪਇਆ ਕਾਂਗਰਸ ਸਰਕਾਰ ਦੇ ਮੰਤਰੀ ਆਪ ਛਕ ਗਏ ਨੇ ਅਤੇ ਉਜਾਗਰ ਹੋ ਚੁੱਕਿਆ ਹੈ। ਜੇ ਮੁੱਖ ਮੰਤਰੀ ਸੱਚਮੁੱਚ ਇਸ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਦੇ ਹੱਕ 'ਚ ਨੇ ਤਾਂ ਉਹ ਜਾਂਚ CBI ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸਨ, ਮੈਨੂੰ ਯਾਦ ਹੈ ਪਹਿਲੀ ਕੈਬਨਿਟ ਮੀਟਿੰਗ ਜਦੋਂ ਹੋਈ, ਬਾਦਲ ਸਾਹਿਬ ਨੇ ਗੱਲ ਕਹੀ ਕਿ ਆਪਣੇ ਪੰਜਾਬ ਵਿੱਚ ਬਹੁਤ ਐਸੀ ਬੱਚੇ ਹੈ ਜਿਨ੍ਹਾਂ ਨੂੰ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਦਾ, ਖਾਸ ਕਰਕੇ ਕਾਲਜਾਂ ਵਿੱਚ, ਤੇ ਆਪਾਂ ਨੂੰ ਐਸੀ ਸਕਾਲਰਸ਼ਿਪ ਰਾਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਉਹਨਾਂ ਨੇ ਜਿਹੜੇ ਚੀਫ ਸੈਕਟਰੀ ਸੀ ਉਦੋਂ ਉਹਦੀ ਡਿਊਟੀ ਲਾਈ, ਮਹਿਕਮੇ ਦੇ ਸੈਕਟਰੀ ਡਿਊਟੀ ਲਾਈ, ਤੇ ਮੈਨੂੰ ਯਾਦ ਹੈ ਹਰ ਮਹੀਨੇ ਬਾਦਲ ਸਾਹਿਬ ਆਪ ਮੋਨੀਟਰ ਕਰਦੇ ਸੀ, ਦੇਖਦੇ ਸੀ ਕਿ ਸਕਾਲਰਸ਼ਿਪ ਜਿਹੜੇ ਸਕੂਲਾਂ ਨੂੰ ਕਾਲਜਾਂ ਨੂੰ ਗਈ ਹੈ, ਆਈ ਹੈ ਕਿ ਨਹੀਂ ਗਈ ਹੈ, ਕਿੰਨੇ ਬੱਚੇ ਪੜ੍ਹਦੇ ਹੈ। ਅਸੀਂ ਉਦੋਂ ਆਨਲਾਈਨ ਸਿਸਟਮ ਬਣਾ ਦਿੱਤਾ ਸੀ ਕਿ ਬੱਚਿਆਂ ਨੂੰ ਕਿਸੇ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ, ਆਪਣੇ ਘਰੇ ਹੀ ਜਾਂ ਕਿਸੇ ਕੰਪਿਊਟਰ ਵੈਬ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੇ ਨਾਲ ਦੇ ਨਾਲ ਸਕਾਲਰਸ਼ਿਪ ਉਹਨਾਂ ਕੋਲ ਜਾ ਜਾਂਦੀ ਸੀ। ਪਿਛਲੇ 5 ਸਾਲ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ, ਲੱਖਾਂ ਬੱਚਿਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ, ਚੰਗੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ, ਕਾਲਜਾਂ ਜਾਣ ਦਾ ਮੌਕਾ ਮਿਲਿਆ, ਤੇ ਬੜੀ ਖੁਸ਼ੀ ਹੈ ਕਿ ਬਹੁਤ ਜ਼ਿਆਦਾ ਗਰੀਬ ਬੱਚੇ ਪੜ੍ਹ ਸਕੇ। ਅਫਸੋਸ ਇਸ ਗੱਲ ਦਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਬਣੇ, ਉਹਨਾਂ ਦੀ ਪ੍ਰਾਇਰਟੀ ਬਦਲ ਗਈ। ਜਿਸ ਦਿਨ ਤੋਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਬਣੇ ਆ, ਉਸੇ ਦਿਨ ਤੋਂ ਤੁਸੀਂ ਦੇਖਿਆ ਹੋਣਾ ਐਸਸੀ ਭਾਈਚਾਰੇ ਦੇ ਬੱਚਿਆਂ ਦੀ ਸਕਾਲਰਸ਼ਿਪ ਬੰਦ ਕੀਤੀ ਗਈ, ਅੱਜ ਬੰਦ ਕਰ ਦਿੱਤੀ। ਆ ਵੀ ਜਿਹੜਾ ਪੈਸਾ ਹੁਣ ਆਇਆ ਪਿਛਲੇ 2 ਸਾਲਾਂ 'ਚ, ਆ ਉਹੀ ਪੈਸਾ ਜਿਹੜੇ ਸਾਡੀ ਸਰਕਾਰ ਦੇ ਟਾਈਮ 'ਚ ਵੰਡਣਾ ਸੀ ਤੇ ਇਹਨਾਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਵੰਡਿਆ, ਤਾਂ ਹੁਣ ਹੌਲੀ ਹੌਲੀ ਵੰਡੀ ਜਾਂਦੇ। ਪਰ ਹੁਣ ਜਦੋਂ ਇਹਨਾਂ ਦੇ ਮੰਤਰੀਆਂ ਨੇ ਦੇਖਿਆ ਕਿ ਇੰਨਾ ਪੈਸਾ ਸਾਡੇ ਕੋਲ ਪਿਆ ਵੰਡਣ ਵਾਲਾ, ਇਹਦੇ ਤੋਂ ਪੈਸਾ ਕਮਾਈਏ, ਤੇ ਜੇ ਕੈਬਨਿਟ ਦਾ ਮੰਤਰੀ ਸਾਧੂ ਸਿੰਘ ਧਰਮਸੋਤ, ਤੁਹਾਨੂੰ ਪਤਾ ਹੀ ਹੈ ਕਿੰਨਾ ਵੱਡਾ ਸਕੈਮ ਉਹਨਾਂ ਨੇ ਕੀਤਾ, 64 ਕਰੋੜ ਰੁਪਇਆ ਦਾ ਵੱਡਾ ਸਕੈਮ ਹੋਇਆ। ਐਸੀ ਸਕਾਲਰਸ਼ਿਪ ਬੱਚਿਆਂ ਨੂੰ ਜਿਹੜੀ ਦੇਣੀ ਸੀ, ਬੱਚਿਆਂ ਕਾਲਜਾਂ ਨੂੰ ਦੇਣੀ ਸੀ, ਜਿਹਦੇ ਨਾਲ ਬੱਚੇ ਨਾਲ ਪੜ੍ਹਨਾ ਸੀ, ਉਹ ਆਪ ਹੀ ਛੱਡ ਕੇ ਜਾਲੀ ਕੰਪਨੀ ਨੂੰ ਦੇ ਦਿੱਤਾ। ਆਹ ਜਿਹੜੀ ਸਕੈਮ ਹੈ, ਆਹ ਕੋਈ ਅਸੀਂ ਨਹੀਂ ਕਿਹਾ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਇਲਜ਼ਾਮ ਨਹੀਂ ਲਾਇਆ ਜਾਂ ਕੋਈ ਹੋਰ ਪਾਰਟੀ ਨੇ ਇਲਜ਼ਾਮ ਨਹੀਂ ਲਾਇਆ। ਆਹ ਇਲਜ਼ਾਮ ਇਨਕੁਆਇਰੀ ਹੋ ਕੇ ਜਿਹੜੀ ਇਸ ਮਹਿਕਮੇ ਦਾ ਸੈਕਟਰੀ ਹੈ ਕਿਰਪਾ ਸ਼ੰਕਰ ਸਰੋਜ, ਜੋ ਅੱਜ ਪ੍ਰਿੰਸੀਪਲ ਸੈਕਟਰੀ, ਚੀਫ ਸੈਕਟਰੀ ਵੀ ਹੈ, ਐਡੀਸ਼ਨਲ ਚੀਫ ਸੈਕਟਰੀ ਵੀ ਹੈ, ਉਹਨਾਂ ਨੇ ਲਿਖਤ ਆਪਣੇ ਚੀਫ ਸੈਕਟਰੀ ਨੂੰ ਲਿਖ ਕੇ ਦਿੱਤਾ ਕਿ ਜੀ ਮੇਰੀ ਕੌਨਸ਼ੀਅਸ ਨਹੀਂ ਮੰਨਦੀ, 64 ਕਰੋੜ ਰੁਪਏ ਦਾ ਮੰਤਰੀ ਜੀ ਨੇ ਘਪਲਾ ਕੀਤਾ ਹੈ ਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਤੇ ਮੈਂ ਲਿਖ ਕੇ ਦੇ ਰਿਹਾ ਕਿ ਇਹ ਘਪਲਾ ਹੋਇਆ ਤੇ ਇਸ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ। ਜਦੋਂ ਦੀ ਕੈਪਟਨ ਸਰਕਾਰ ਬਣੀ ਹੈ, ਨਿਤ ਨਵਾਂ ਘਟਾਲਾ ਸਾਹਮਣੇ ਆਉਂਦਾ ਹੈ। ਇਸੇ ਲੜੀ 'ਚ ਅੱਜ ਐਸਸੀ ਸਟੂਡੈਂਟਸ ਦੇ ਜਿਹੜਾ ਵਜ਼ੀਫਾ ਸੀ, ਉਹਦੇ ਸੰਬੰਧ ਵਿੱਚ ਇੱਕ ਆਪਣੇ ਮਿਨਿਸਟਰ ਸਾਧੂ ਸਿੰਘ ਧਰਮਸੋਤ ਦਾ ਘਪਲਾ ਸਾਹਮਣੇ ਆਇਆ ਹੈ। ਇਹਦੇ ਵਿਰੋਧ ਵਿੱਚ ਅੱਜ ਸਾਰਾ ਡਿਸਟ੍ਰਿਕਟ ਮੁਕਤਸਰ ਯੂਥ ਦੇ ਪ੍ਰਧਾਨ ਲੱਪੀ ਜੀ, ਇਹਨਾਂ ਦੇ ਉਪਰਾਲੇ ਸਦਕਾ ਅੱਜ ਸਾਰੇ ਯੂਥ ਦੇ ਪ੍ਰਧਾਨ ਪਲੱਸ ਦੂਜੇ ਸਰਕਲ ਪ੍ਰੈਜ਼ੀਡੈਂਟ ਨੇ ਰਲ ਕੇ ਸਾਰੇ ਅੱਜ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤੇ ਇੱਕ ਮੈਮੋਰੈਂਡਮ ਦਿੱਤਾ ਹੈ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇੱਥੇ ਬੜੀ ਵੇਖਣ ਵਾਲੀ ਗੱਲ ਹੈ ਵੀ ਜਿਹੜੇ ਸਾਧੂ ਸਿੰਘ ਧਰਮਸੋਤ ਹੈ, ਇਹਨਾਂ ਦੇ ਇੱਕ ਆਪਦੇ ਅਸਿਸਟੈਂਟ ਡਾਇਰੈਕਟਰ ਦੇ ਨਾਲ ਰਲ ਕੇ 72 ਕਰੋੜ ਦਾ ਘਪਲਾ ਕੀਤਾ ਹੈ। ਤੇ ਉਸ ਤੋਂ ਵੀ ਵੱਡੀ ਗੱਲ ਹੈ, ਇਹਨਾਂ ਦੇ ਡਿਪਾਰਟਮੈਂਟ ਦੇ ਸੈਕਟਰੀ ਨੇ ਡਿਟੇਲਡ ਰਿਪੋਰਟ ਚੀਫ ਸੈਕਟਰੀ ਨੂੰ ਭੇਜੀ ਹੈ, ਜਿਸ 'ਚ ਕੱਲੇ ਘਪਲੇ ਦਾ ਕੱਲੇ ਇਹਨਾਂ ਦੇ ਜੋ ਵੀ ਟ੍ਰਾਂਜੈਕਸ਼ਨ ਉਹਦਾ ਉਹਨੇ ਨਾਲ ਬੈਂਕ ਅਕਾਊਂਟ ਦੇ ਹਵਾਲੇ ਦੇ ਕੇ ਉਹਨਾਂ ਨੇ ਜ਼ਿਕਰ ਕੀਤਾ ਹੈ। ਤੇ ਜਿਸ ਘਪਲੇ ਦੀ ਡਾਕੂਮੈਂਟਰੀ ਐਵੀਡੈਂਸ ਹੋਵੇ, ਉਸ ਘਪਲੇ ਤੇ ਵੀ ਜੇ ਕਾਰਵਾਈ ਨਾ ਹੋਵੇ ਤੇ ਇਦੋਂ ਅੰਨਾ ਕਾਨੂੰਨ ਕੀ ਹੋ ਸਕਦਾ। ਇਸ ਕਰਕੇ ਕਿਉਂਕਿ ਇਸ ਦੇ ਵਿੱਚ ਐਵੀਡੈਂਸ ਹੈਗੀ ਹੈ, ਇਹਨਾਂ ਦੇ ਆਪਦੇ ਸੈਕਟਰੀ ਨੇ ਅਸਿਸਟੈਂਟ ਡਾਇਰੈਕਟਰ ਦੇ ਨਾਲ ਰਲ ਕੇ ਇਹਨਾਂ ਦੇ ਜਿਹੜਾ ਮੰਤਰੀ ਹੈ, ਉਹਨੇ ਜੋ ਘਪਲਾ ਕੀਤਾ ਹੈ, ਉਸ ਘਪਲੇ ਤੇ ਕਿਹੜੇ ਕਾਲਜ ਨਾਲ ਕਿੰਨਾ ਪੈਸਾ ਗਿਆ, ਇਹਦੀ ਵੀ ਡਿਟੇਲਡ ਹੈ ਤੇ ਡਾਕੂਮੈਂਟਰੀ ਐਵੀਡੈਂਸ ਹੈ। ਇਸ ਕਰਕੇ ਸਾਡੀ ਪੁਰਜ਼ੋਰ ਮੰਗ ਹੈ ਵੀ ਇਸ ਘਪਲੇ ਦੀ, ਕਿਉਂਕਿ ਸਾਰੀ ਇਨਕੁਆਇਰੀ ਆਲਰੇਡੀ ਹੋ ਚੁੱਕੀ ਹੈ, ਪ੍ਰੀਲਿਮਿਨਰੀ ਇਨਕੁਆਇਰੀ ਹੈਗੀ, ਜੇ ਡਿਟੇਲਡ ਇਨਕੁਆਇਰੀ ਵੀ ਕਰਨ ਦੀ ਲੋੜ ਹੈ ਤਾਂ ਕਰਕੇ
ਮੰਤਰੀ ਤੇ ਜਿੰਨੇ ਵੀ ਅਸਿਸਟੈਂਟ ਡਾਇਰੈਕਟਰ ਹੈ ਜਾਂ ਡਾਇਰੈਕਟਰ ਹੈ ਜਾਂ ਜਿਹੜੇ ਕਾਲਜ ਇਨਵੋਲਵ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿੰਨੇ ਵਿਚਾਰੇ ਗਰੀਬ ਵਿਦਿਆਰਥੀ ਹੈ ਉਹਨਾਂ ਦਾ ਬਣਦਾ ਹੱਕ ਜਿਹੜਾ ਹੈਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਦੇ ਕੇ ਉਹਨਾਂ ਦੀ ਭਰਪਾਈ ਕੀਤੀ ਜਾਵੇ। ਇਹੀ ਸਾਡੀ ਮੰਗ ਹੈ ਤੇ ਅੱਗੇ ਤੋਂ ਵੀ ਜਿਹੜੀ ਵੀ ਸਰਕਾਰ ਕੋਈ ਇਸ ਤਰ੍ਹਾਂ ਦੇ ਘਪਲੇ ਜਾਂ ਧੱਕੇ ਕਰਦੀ ਰਹੂਗੀ, ਅਕਾਲੀ ਦਲ ਬਿਲਕੁਲ ਚੁੱਪ ਕਰਕੇ ਨਹੀਂ ਬੈਠੂਗਾ, ਉਸ ਦਾ ਵਿਰੋਧ ਕਰੂਗਾ ਤੇ ਟਾਈਮ ਆਉਣ ਤੇ ਇਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਵੀ ਪਹੁੰਚਾਇਆ ਜਾਊਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਗਾਇਬ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਜਾਗੋ ਜਗ ਆਸਰਾ ਗੁਰੂ ਓਟ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਬੁੱਧਵਾਰ ਨੂੰ ਦਿੱਲੀ 'ਚ ਰੋਸ ਪ੍ਰਦਰਸ਼ਨ ਕੀਤਾ ਹੈ। ਮਨਜੀਤ ਸਿੰਘ ਜੀਕੇ ਦੇ ਨਾਲ 150 ਦੇ ਕਰੀਬ ਸਿੱਖ ਸੰਗਤ ਮੌਜੂਦ ਸੀ। ਪਾਰਟੀ ਅਤੇ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਵਿਰੁੱਧ ਉਹਨਾਂ ਦੇ ਦਿੱਲੀ ਨਿਵਾਸ ਦੇ ਨੇੜੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਉਹ ਦੱਸਣਗੇ ਪਾਵਨ ਸਰੂਪ ਕਿੱਥੇ ਨੇ। ਉਹਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਸ 'ਤੇ ਸਵਾਲ ਲਿਖਿਆ ਹੋਇਆ ਸੀ। ਮਨਜੀਤ ਸਿੰਘ ਜੀਕੇ ਦੀ ਅਗਵਾਈ 'ਚ ਸਿੱਖ ਸੰਗਤ ਨੇ ਜਪਜੀ ਸਾਹਿਬ, ਚੁਪਾਈ ਸਾਹਿਬ ਅਤੇ ਵਾਹਿਗੁਰੂ ਦਾ ਜਪ ਕਰਨ ਤੋਂ ਬਾਅਦ ਸੁਖਬੀਰ ਬਾਦਲ ਦੀ ਜ਼ਮੀਰ ਜਗਾਉਣ ਅਤੇ ਗਾਇਬ ਜਾਂ ਨਸ਼ਟ ਸਰੂਪਾਂ ਲਈ ਪਛਤਾਵੇ ਦੀ ਅਰਦਾਸ ਕੀਤੀ। ਜੀਕੇ ਨੇ ਕਿਹਾ ਕਿ ਅਜੀਬ ਹਾਲਤ ਨੇ ਛੋਟੇ ਛੋਟੇ ਮਸਲੇ ਤੇ ਜਾਂਚ ਕਮੇਟੀ ਬਣਾਉਣ ਅਤੇ ਦੂਜਿਆਂ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਪੁਲਿਸ ਨੂੰ ਦੇਣ ਵਾਲਾ ਅਕਾਲੀ ਦਲ ਅੱਜ ਪਾਵਨ ਸਰੂਪਾਂ ਦੇ ਮਾਮਲੇ ਤੇ ਚੁੱਪ ਹੈ। ਜੀਕੇ ਨੇ ਅੱਗੇ ਬੋਲਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਇਸ ਦੇ ਬਾਵਜੂਦ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਆਪਣੇ ਗੁਰੂ ਦੀ ਬੇਅਦਬੀ ਤੇ ਬੇਕਦਰੀ ਤੇ ਚੁੱਪ ਨੇ। ਮਨਜੀਤ ਸਿੰਘ ਜੀਕੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ। ਬਹੁਤ ਛੋਟੇ ਸਮੇਂ 'ਚ ਤੁਸੀਂ ਬੈਠ ਜਾਓ ਜੀ, ਸਾਰੇ ਬੈਠ ਜਾਓ, ਇੱਥੇ ਬੈਠ ਜਾਓ ਸਾਰੇ। ਬਹੁਤ ਛੋਟੇ ਜਿਹੇ ਨੋਟਿਸ ਤੇ ਤੁਸੀਂ ਸਾਰੇ ਇੱਥੇ ਆਏ ਹੋ। ਅੱਜ ਦਾ ਮਕਸਦ ਇੱਥੇ ਆਉਣ ਦਾ ਉਹ ਹੈ ਕਿ ਸਿੱਖ ਵਾਸਤੇ ਜੀਣਾ ਮਰਨਾ। ਮੈਂ ਸਮਝਦਾ ਕਿ ਅਸੀਂ ਜਿਹੜੇ ਵੀ ਕੋਵਿਡ ਦੇ ਵਿੱਚ ਜੇ ਗੁਰਸਿੱਖਾਂ ਨੇ ਜੋ ਕੰਮ ਕੀਤੇ ਨੇ, ਸਮਾਜ ਦੀ ਸੇਵਾ ਕੀਤੀ ਹੈ, ਉਹ ਸਾਡੇ 10 ਗੁਰੂਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰਾਹ ਦਿਖਾਈ ਹੈ। ਲੇਕਿਨ ਅਫਸੋਸ ਦੀ ਗੱਲ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, 2015 ਦੇ ਵਿੱਚ 13, 14, 15 ਤਿੰਨਾਂ ਸਾਲਾਂ ਦੇ ਵਿੱਚ ਪਹਿਲੇ ਆਈ ਸੀ ਕਿ ਅਗਨ ਭੇਟ ਕੁਝ ਸਰੂਪ ਹੋਏ ਨੇ, ਫਿਰ ਆਇਆ 327 ਸਰੂਪ ਹੋ ਗਏ। ਜੈਦਰ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਔਰ ਉਸ ਤੋਂ ਬਾਅਦ ਆ ਗਿਆ ਕਿ 327 ਨਹੀਂ 453 ਸਰੂਪ ਹੋ ਗਏ। ਮੈਨੂੰ ਨਹੀਂ ਪਤਾ ਇਹਨਾਂ ਦੀ ਗਿਣਤੀ ਹਜ਼ਾਰਾਂ ਚਲੇ ਜਾਵੇ, ਲੇਕਿਨ ਮੈਂ ਇਹ ਸਮਝਦਾ ਕਿ ਉਸ ਸਥਾਨ ਤੇ ਜਿੱਥੇ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਸੀ, ਰਾਮਸਰ ਸਾਹਿਬ, ਉੱਥੋਂ ਦੀ ਐਡੇ ਸਰੂਪ ਨਿਕਲ ਜਾਣ। ਇੱਕ ਕੰਡੀਸ਼ਨਾਂ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਜਾਂਦਾ। ਪਹਿਲੇ ਉਸ ਘਰ ਦਾ ਮੁਆਇਨਾ ਕੀਤਾ ਜਾਂਦਾ, ਉਸ ਸੰਸਥਾ ਦਾ, ਉਸ ਗੁਰੂ ਘਰ ਦਾ ਮੁਆਇਨਾ ਕੀਤਾ ਜਾਂਦਾ ਕਿ ਇੱਥੇ ਗੁਰੂਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੈਂ ਸਮਝਦਾ ਮਰਿਆਦਾ ਪੂਰੀ ਹੋ ਸਕੇਗੀ। ਲੇਕਿਨ ਤੁਸੀਂ 453 ਸਰੂਪ ਤਾਂ ਮੂੰਹੋਂ ਮੰਨ ਗਏ, ਹੋਰ ਪਤਾ ਨਹੀਂ ਕਿੰਨੇ ਆ। ਉਹ ਕਿੰਨੇ ਦਿੱਤੇ, ਕਿਹਦੇ ਆਰਡਰ ਤੋਂ ਦਿੱਤੇ, ਉਹਦੇ ਵਾਸਤੇ ਕਿਸ ਤਰੀਕੇ ਨਾਲ ਪਾਲਕੀ ਸਜਾ ਕੇ ਸਰੂਪ ਭੇਜਿਆ ਜਾਂਦਾ ਹੈ। ਗੱਡੀਆਂ ਦੇ ਵਿੱਚ ਮਰਿਆਦਾ ਨਾਲ 5 ਸਿੰਘ ਸਾਹਿਬਾਨ ਨਾਲ, ਉਹ ਕਿਹੜੀ ਗੱਡੀਆਂ, ਕਿਹੜੇ ਟੈਂਪੂ, ਕਿਹੜੇ ਟਰੈਕਟਰ ਟਰਾਲੀਆਂ, ਕਿਹਦੇ 'ਚ ਸਰੂਪ ਗਏ, ਸਾਨੂੰ ਇਹ ਪਤਾ ਲੱਗਣਾ ਚਾਹੀਦਾ। ਅੱਜ ਸ਼੍ਰੋਮਣੀ ਕਮੇਟੀ ਨੇ ਥੱਲੇ ਛੋਟੇ ਅਫਸਰਾਂ ਤੇ ਕਾਰਵਾਈ ਕਰ ਦਿੱਤੀ ਔਰ ਆਖਿਆ ਕਿ ਅਸੀਂ ਕੰਮ ਸ਼ੁਰੂ ਕਰ ਦਿੱਤਾ। ਉਹ ਭਾਈ, ਜੇ 2015 'ਚ ਸਰੂਪ ਲਾਪਤਾ ਹੋ ਗਏ ਸੀ ਜਾਂ ਤੁਸੀਂ ਆਪ ਡੇਰਿਆਂ ਨੂੰ ਦਿੱਤੇ, ਜਿਨ੍ਹਾਂ ਡੇਰਿਆਂ 'ਚ ਬੇਦਬੀ ਹੋਈ ਸੀ, ਸਰਕਾਰ ਤੁਹਾਡੀ ਆਪਣੀ ਸੀ ਸਰ ਸੁਖਬੀਰ ਸਿੰਘ ਬਾਦਲ, ਤੁਸੀਂ ਇਹਦੀ ਇਨਕੁਆਇਰੀ ਕਿਉਂ ਨਹੀਂ ਕੀਤੀ? ਤੁਸੀਂ ਇਹਦੀ FIR ਕਿਉਂ ਨਹੀਂ ਕੀਤੀ? ਤੁਸੀਂ ਇਹਨੂੰ ਉੱਤੇ ਮਿੱਟੀ ਦੇ ਥੱਲੇ ਦੱਬਣ ਦੀ ਇਸ ਇਸ਼ੂ ਨੂੰ ਗੱਲ ਕਿਉਂ ਕੀਤੀ? ਉਹਦਾ ਕਾਰਨ ਇਹ ਹੈ ਕਿ 2007 ਦੇ ਵਿੱਚ ਜਦੋਂ ਡੇਰਾ ਮੁਖੀ ਨੇ ਦਸਮ ਗੁਰੂ ਦੀ ਵਰਦੀ ਪਾਈ ਸੀ, ਇਹ ਵੀ ਆਖਿਆ ਜਾਂਦਾ ਹੈ ਕਿ ਇਹ ਵਰਦੀ ਜਿਹੜੀ ਹੈ ਇਹ ਸੁਖਬੀਰ ਬਾਦਲ ਨੇ ਦਿੱਤੀ ਸੀ, ਇਹ ਸਾਡਾ ਵਿਸ਼ੇ ਨਹੀਂ, ਇਹ ਸਾਡਾ ਵਿਸ਼ਾ ਨਹੀਂ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਨੇ 2007 ਚ ਰੋਟੀ ਬੇਟੀ ਦੀ ਸਾਂਝ ਡੇਰਿਆਂ ਨਾਲ ਤੋੜ ਦਿੱਤੀ ਸੀ, ਇਹ ਡੇਰਾ ਰਾਮ ਰਹੀਮ ਨਾਲ। ਲੇਕਿਨ ਤੁਸੀਂ ਇਹ ਸਰੂਪ ਉਹਨਾਂ ਨੂੰ ਆਪਣੇ ਆਰਡਰਾਂ ਨਾਲ ਦਿੱਤੇ, ਜਿਨ੍ਹਾਂ ਦੀ ਬੇਦਬੀ ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ, ਨਾਲਿਆਂ ਦੇ ਵਿੱਚ ਹੁੰਦੀ ਰਹੀ। ਅੱਜ ਅਸੀਂ ਸਿਰਫ ਤੁਹਾਡੇ ਘਰ ਆਏ ਹਾਂ ਤੁਹਾਡਾ ਜ਼ਮੀਰ ਜਗਾਉਣ। ਸਾਨੂੰ ਇਹ ਦੱਸਿਆ ਜਾਵੇ ਇਹ ਸਰੂਪ ਹੈ ਕਿੱਥੇ।
ਫਿਲਹਾਲ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮਿਲਦੇ ਹਾਂ ਅਗਲੀ ਵਾਰ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।